हाँ जी स्टूडेंट्स वेलकम करते हैं ਤੁਹਾਡਾ ਤੂੰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ 12th ਕਲਾਸ ਦੇ ਲਈ ਪੋਲੀਟੀਕਲ ਸਾਇੰਸ ਦੇ ਜਿਹੜੇ ਕਿ 2 ਮਾਡਲ ਟੈਸਟ ਪੇਪਰ ਆਪਾਂ ਇਸ ਵੀਡੀਓ 'ਚ ਕਰਾਂਗੇ। ਸੋ ਪਹਿਲਾਂ ਆਪਾਂ 6 ਮਾਡਲ ਟੈਸਟ ਪੇਪਰ ਅਪਲੋਡ ਕਰ ਚੁੱਕੇ। ਅਗਰ ਤੁਸੀਂ ਨਹੀਂ ਵੀਡੀਓਜ਼ ਵਾਚ ਕੀਤੇ ਤਾਂ ਜਰੂਰ ਵਾਚ ਕਰੋ। ਪਹਿਲਾਂ ਆਪਾਂ ਦੋਨੋਂ ਟੈਸਟ ਪੇਪਰਾਂ ਦੇ ਸ਼ਾਰਟ ਕੁਐਸਚਨ ਦੇਖਾਂਗੇ, ਫਿਰ ਲੌਂਗ, ਠੀਕ ਹੈ, ਤੇ 3 ਮਾਰਕਸ ਵਾਲੇ। ਹਾਂਜੀ ਫਸਟ ਕੁਐਸਚਨ ਹੈ, ਕਿਸ ਦ੍ਰਿਸ਼ਟੀਕੋਣ ਅਨੁਸਾਰ ਰਾਜ ਨੂੰ ਰਾਜਨੀਤੀ ਸ਼ਾਸਤਰ ਮੰਨਿਆ ਜਾਂਦਾ ਹੈ? ਤਾਂ ਉਹ ਆਊਗਾ ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜ ਨੂੰ ਰਾਜਨੀਤੀ ਸ਼ਾਸਤਰ ਮੰਨਿਆ ਜਾਂਦਾ। ਅੱਗੇ ਹੈਗਾ ਦ ਸਪਿਰਿਟ ਆਫ ਲਾਜ਼, ਪੁਸਤਕ ਦਾ ਲੇਖਕ ਕੌਣ ਆ? ਤਾਂ ਇਹ ਹੈ ਮੌਂਟੈਸਕਿਊ, ਠੀਕ ਹੈ। ਤੇ ਇਹ ਸਾਰੀਆਂ ਪੁਸਤਕਾਂ ਵੀ ਤੁਸੀਂ ਯਾਦ ਕਰਨੀਆਂ। ਗ੍ਰਾਹਮ ਬਾਲਸ ਦੀ ਰਾਜਨੀਤੀ ਵਿੱਚ ਮਨੁੱਖੀ ਸੁਭਾਅ, ਠੀਕ ਹੈ। ਹਿਊਮਨ ਨੇਚਰ ਇਨ ਪੋਲੀਟਿਕਸ ਇੰਗਲਿਸ਼ ਦੇ ਵਿੱਚ ਵੀ ਯਾਦ ਰੱਖਣਾ। ਤੇ ਡੇਵਿਡ ਈਸਟਨ ਦੀ ਰਾਜਨੀਤਿਕ ਪ੍ਰਣਾਲੀ ਜਿਹੜੇ ਕਿ ਇੰਗਲਿਸ਼ ਦੇ ਵਿੱਚ ਆ ਜਾਊਗਾ। ਪੋਲੀਟੀਕਲ ਸਿਸਟਮ 1953 'ਚ ਜੌਨ ਲੌਕ ਦੀ ਸ਼ਾਸਨ ਉੱਤੇ 2 ਨਿਬੰਧ, ਠੀਕ ਹੈ। ਉਦਾਰਵਾਦ ਦਾ ਜਨਮਦਾਤਾ ਮੰਨਿਆ ਜੌਨ ਲੌਕ ਨੂੰ ਇੰਗਲੈਂਡ ਦਾ ਸੀ, ਅਤੇ ਡੇਵਿਡ ਈਸਟਨ ਹੈਗਾ ਸੀ ਅਮਰੀਕਾ ਦਾ। ਤੇ ਵਿਅਕਤੀਗਤ ਸੁਤੰਤਰਤਾ 'ਤੇ ਜ਼ੋਰ ਦਿੰਦਾ ਜਿਹੜੇ ਕਿ ਜੌਨ ਲੌਕ। ਤੇ ਅਰਥਰ ਬੈਟਲੇ ਦੀ ਹੈਗੀ ਆ ਸ਼ਾਸਨ ਦੀ ਪ੍ਰਕਿਰਿਆ, ਠੀਕ ਹੈ। ਇੰਗਲਿਸ਼ ਦੇ ਵਿੱਚ ਪ੍ਰੋਸੈਸ ਆਫ ਗਵਰਨਮੈਂਟ ਆਰਥਰ ਬੈਟਲੇ ਦੀ ਹੈ। ਉਸ ਤੋਂ ਬਾਅਦ ਮਹਾਤਮਾ ਗਾਂਧੀ ਜੀ ਦੇ ਬੁੱਕ ਹੈਗਾ ਸੱਚ ਨਾਲ ਮੇਰੇ ਤਜਰਬੇ, ਸਵੈ ਜੀਵਨੀ, ਅਤੇ ਕਾਰਲ ਮਾਰਕਸ ਦੇ ਦਾਸ ਕੈਪੀਟਲ 1867 ਈਸਵੀ ਦੇ ਵਿੱਚ। ਕਮਿਊਨਿਸਟ ਮੈਨੀਫੈਸਟੋ, ਠੀਕ ਹੈ। ਦਾਸ ਕੈਪੀਟਲ ਦੇ ਵਿੱਚ ਵਾਧੂ ਮੁੱਲ ਦਾ ਸਿਧਾਂਤ ਆ। ਅਤੇ ਕਮਿਊਨਿਸਟ ਮੈਨੀਫੈਸਟੋ ਦੇ ਵਿੱਚ ਵਰਗ ਸੰਘਰਸ਼, ਜਿਹਨੂੰ ਆਪਾਂ ਸ਼੍ਰੇਣੀ ਸੰਘਰਸ਼ ਵੀ ਕਹਿੰਦੇ ਹਾਂ, ਅਤੇ ਰਾਜਨੀਤਿਕ ਅਰਥ ਵਿਵਸਥਾ ਦੀ ਸਮੀਖਿਆ, ਵੈਲਿਊ ਪ੍ਰਾਈਸ ਪ੍ਰੋਫਿਟ, ਇਨੈਗੁਰਲ ਐਡਰੈਸ। ਅਤੇ ਪੁਰਾਤਨ ਉਦਾਰਵਾਦ ਦੇ ਕਿਹੜੇ ਨੇ? ਸਮਕਾਲੀ ਦੇ ਵਿੱਚ ਲਾਸਕੀ, ਬੈਂਥਮ, T.H. ਗ੍ਰੀਨ। ਪੁਰਾਤਨ ਦੇ ਵਿੱਚ ਜੌਨ ਲੌਕ, ਹਰਬਰਟ ਸਪੈਂਸਰ, ਐਡਮ ਸਮਿਥ, ਠੀਕ ਹੈ। ਜੌਨ ਰਸਕਿਨ ਦੀ ਬੁੱਕ ਇਹ ਸਾਰੇ। ਅਗਲਾ ਹੈਗਾ ਰਾਜ ਸੰਗਠਿਤ ਰੂਪ ਦੇ ਵਿੱਚ ਹਿੰਸਾ ਦੀ ਪ੍ਰਤੀਨਿਧਤਾ ਕਰਦਾ। ਇਹ ਵਿਚਾਰ ਕਿਹਨਾਂ ਦਾ? ਤਾਂ ਇਹ ਵਿਚਾਰ ਹੈਗਾ ਜਿਹੜੇ ਕਿ ਮਹਾਤਮਾ ਗਾਂਧੀ ਜੀ ਦਾ। ਨੈਕਸਟ ਹੈ, ਕਿਸ ਪੱਧਰ ਦੇ ਸੈਨਿਕ ਅਧਿਕਾਰੀਆਂ ਦੀ ਚੋਣ ਲਈ ਸੇਵਾ ਚੋਣ ਬੋਰਡ ਦੀ ਸਥਾਪਨਾ ਕੀਤੀ ਗਈ? ਅਤੇ ਹੇਠਲੇ ਪੱਧਰ ਦੇ ਅਧਿਕਾਰੀ। ਅੱਗੇ ਰਾਜਨੀਤਿਕ ਸਾਹਿਤ ਤੋਂ ਕੀ ਭਾਵ ਹੈ? ਤਾਂ ਰਾਜਨੀਤਿਕ ਦਲਾਂ ਦੁਆਰਾ ਪ੍ਰਕਾਸ਼ਿਤ ਕਰਵਾਇਆ ਗਿਆ ਸਾਹਿਤ। ਦਬਾਅ ਸਮੂਹ ਦਾ ਆਧਾਰ ਕੀ ਹੁੰਦਾ? ਸਮੂਹਿਕ ਹਿੱਤ, ਠੀਕ ਹੈ। ਅਤੇ ਅਮਰੀਕਾ ਦੇ ਵਿੱਚ ਜ਼ਿਆਦਾਤਰ ਦਬਾਅ ਸਮੂਹ ਨੇ। ਅਤੇ ਭਾਰਤੀ ਲੋਕਤੰਤਰ ਦੇ ਸਾਹਮਣੇ ਕਿਹੜੇ ਸਮੱਸਿਆ? ਅਤੇ ਸਾਰੀਆਂ ਆ ਜਾਣਗੀਆਂ, ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ। ਅਤੇ ਅੱਗੇ ਹੈ, ਕਿਸ ਰਾਜ ਨੇ 3 ਪੱਧਰੀ ਪੰਚਾਇਤੀ ਰਾਜ ਨੂੰ ਪਹਿਲਾਂ ਲਾਗੂ ਕੀਤਾ? ਤਾਂ ਉਹ ਰਾਜਸਥਾਨ, ਠੀਕ ਹੈ। ਅਤੇ ਇਹਦੇ ਬਾਰੇ ਸਾਰੇ ਕੁਐਸਚਨ। ਪੇਂਡੂ ਸਥਾਨਕ ਪੱਧਰ ਦੇ ਵਿੱਚ ਸੰਵਿਧਾਨਕ ਸੋਧ ਆ ਜਿਹੜੀ ਕਿ 73ਵੀਂ 1993 ਦੇ ਵਿੱਚ। ਅਤੇ ਭਾਰਤੀ ਸੰਵਿਧਾਨ ਦੇ ਭਾਗ 9 ਦੇ ਅਧੀਨ ਅਨੁਸੂਚੀ ਹੈਗੀ 11ਵੀਂ, ਆਰਟੀਕਲ ਵਿਸ਼ੇ ਦੇ ਵਿੱਚ ਹੈਗੇ ਨੇ 29। ਅਤੇ ਪਹਿਲਾ ਪੰਚਾਇਤੀ ਰਾਜ 2 ਅਕਤੂਬਰ 1959 ਈਸਵੀ ਨੂੰ ਰਾਜਸਥਾਨ ਦੇ ਨਗੌਰ ਜ਼ਿਲ੍ਹੇ ਦੇ ਵਿੱਚ। ਅਤੇ ਸੈਕਿੰਡ ਹੈ 11 ਅਕਤੂਬਰ 1959 ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ। ਅਤੇ ਪ੍ਰਧਾਨ ਮੰਤਰੀ ਸੀ ਉਸ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ। ਅਤੇ ਸਭ ਤੋਂ ਹੇਠਲੇ ਪੱਧਰ ਦੇ ਵਿੱਚ ਆਉਂਦੀ ਹੈ ਗ੍ਰਾਮ ਪੰਚਾਇਤ, ਜਿਹਨੂੰ ਸਰਪੰਚ ਮੁਖੀ ਹੁੰਦਾ। ਫਿਰ ਪੰਚਾਇਤ ਸਮਿਤੀ ਵਿਚਕਾਰਲੇ ਪੱਧਰ 'ਤੇ, ਜ਼ਿਲ੍ਹਾ ਪ੍ਰੀਸ਼ਦ ਸਭ ਤੋਂ ਉੱਪਰਲੇ ਪੱਧਰ 'ਤੇ। ਸਥਾਨਕ ਸਰਕਾਰਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਹੈ ਜਿਹੜੀ ਕਿ ਪੇਂਡੂ ਸਥਾਨਕ ਸਰਕਾਰਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਸਭ ਤੋਂ ਉੱਪਰ ਆ, ਅਤੇ ਗ੍ਰਾਮ ਪੰਚਾਇਤ ਸਭ ਤੋਂ ਨੀਚੇ ਆ। ਅਤੇ ਸ਼ਹਿਰੀ ਸਥਾਨਕ ਸਰਕਾਰਾਂ ਦੇ ਵਿੱਚ 74ਵੀਂ ਸੰਵਿਧਾਨਕ ਸੋਧ ਹੈ 1994 ਦੇ ਵਿੱਚ। 12ਵੀਂ ਅਨੁਸੂਚੀ ਹੈ, ਵਿਸ਼ੇ ਆਰਟੀਕਲ 18 ਨੇ। ਇਸ ਭਾਰਤੀ ਸੰਵਿਧਾਨ ਦਾ ਭਾਗ 9A ਹੈ। ਅਤੇ ਇਹਦੇ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਆਉਂਦੇ ਆ ਨਗਰ ਪਾਲਿਕਾ, ਨਗਰ ਪੰਚਾਇਤ, ਵਿਚਕਾਰਲੇ ਪੱਧਰ 'ਤੇ ਨਗਰ ਪ੍ਰੀਸ਼ਦ, ਅਤੇ ਸਭ ਤੋਂ ਉੱਪਰ ਨਗਰ ਨਿਗਮ। ਅਤੇ ਨਗਰ ਨਿਗਮ ਦਾ ਅਧਿਕਾਰੀ ਹੁੰਦਾ ਮੇਅਰ, ਠੀਕ ਹੈ, ਮੇਅਰ। ਅਤੇ ਮੇਅਰ ਸ਼ਹਿਰ ਦਾ ਫਸਟ ਨਾਗਰਿਕ ਹੁੰਦਾ। ਅਤੇ ਪਹਿਲਾਂ ਮਦਰਾਸ ਦੇ ਵਿੱਚ, ਫਿਰ ਜਿਹੜੇ ਕਿ ਇਹ ਬੰਬਈ ਦੇ ਵਿੱਚ। ਅਤੇ 13 ਨਗਰ ਨਿਗਮ ਨੇ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ, ਹੁਸ਼ਿਆਰਪੁਰ, ਫਗਵਾੜਾ, ਮੋਗਾ, ਪਠਾਨਕੋਟ, ਮੋਹਾਲੀ, ਗੁਰਦਾਸਪੁਰ ਦਾ ਸ਼ਹਿਰ ਬਟਾਲਾ, ਕਪੂਰਥਲਾ, ਫਾਜ਼ਿਲਕਾ ਦਾ ਅਬੋਹਰ। ਅਤੇ ਰਾਸ਼ਟਰਪਿਤਾ ਜਿਹੜੀ ਸੁਭਾਸ਼ ਚੰਦਰ ਬੋਸ ਨੇ ਕਿਹਾ ਮਹਾਤਮਾ ਗਾਂਧੀ ਨੂੰ, ਮਹਾਤਮਾ ਦੀ ਉਪਾਧੀ ਜਿਹੜੀ ਕਿ ਰਵਿੰਦਰ ਨਾਥ ਟੈਗੋਰ ਨੇ ਦਿੱਤੀ ਮਹਾਤਮਾ ਗਾਂਧੀ ਨੂੰ। ਅਤੇ ਮਹਾਤਮਾ ਗਾਂਧੀ ਦੇ ਗੁਰੂ ਸੀ ਗੋਪਾਲ ਕ੍ਰਿਸ਼ਨ ਖੋਖਲੇ, ਰਾਜਨੀਤਿਕ ਗੁਰੂ, ਠੀਕ ਹੈ। ਅਤੇ ਮਹਾਤਮਾ ਗਾਂਧੀ ਦਾ ਜਨਮ 1869 ਈਸਵੀ ਦੇ ਵਿੱਚ ਗੁਜਰਾਤ ਦੇ ਪੋਰਬੰਦਰ ਵਿਖੇ 2 ਅਕਤੂਬਰ ਨੂੰ, ਠੀਕ ਹੈ। ਅਤੇ ਦੱਖਣੀ ਅਫਰੀਕਾ ਤੋਂ ਵਾਪਸ ਆਉਂਦੇ ਨੇ 1914 ਅਤੇ 1915 ਦੋਨੋਂ ਈਸਵੀ ਯਾਦ ਰੱਖਣੇ ਨੇ। ਕਈ ਵਾਰ ਇਹ ਦੋਨਾਂ ਦੇ ਵਿੱਚ ਹੀ ਜਿਹੜੇ ਕਿ ਆ ਜਾਣਾ ਹੁੰਦਾ ਕੁਐਸਚਨ। ਹਾਂਜੀ ਭਾਰਤ ਵਿੱਚ ਤਾਂ ਕਿੰਨੇ ਰਾਸ਼ਟਰੀ ਦਲ ਨੇ? ਤਾਂ 8 ਇੱਥੇ ਆਪਸ਼ਨ ਨਹੀਂ ਹੈ। ਅਤੇ ਖੇਤਰੀ ਦਲ ਇਹਨਾਂ 'ਚੋਂ ਕਿਹੜਾ? ਤਾਂ ਖੇਤਰੀ ਦਲ ਵਿੱਚ ਹੈ ਨਹੀਂ, ਤਾਂ ਖੇਤਰੀ ਦਲ ਜਿਹੜੇ ਕਿ ਅਕਾਲੀ ਦਲ, ਠੀਕ ਹੈ। ਅਤੇ ਅੱਗੇ ਵਿਦੇਸ਼ੀ ਨੀਤੀ
ਵਿਦੇਸ਼ ਨੀਤੀ ਤੋਂ ਕੀ ਭਾਵ ਹੈ? ਵਿਦੇਸ਼ ਨੀਤੀ ਦਾ ਆਰਟੀਕਲ ਹੈਗਾ 51 ਅਤੇ ਇਹਦੇ ਵਿੱਚ ਗੁੱਟਰਨਲੇਪਤਾ ਵਿਦੇਸ਼ ਨੀਤੀ ਦੀ ਮੁੱਖ ਵਿਸ਼ੇਸ਼ਤਾ ਅਤੇ ਪੰਚਸ਼ੀਲ, ਠੀਕ ਹੈ। ਅਤੇ ਇਹਦੇ ਵਿੱਚ ਹੈ ਵਿਦੇਸ਼ਾਂ ਨਾਲ ਸੰਬੰਧ ਸਥਾਪਿਤ ਕਰਨ ਦੀ ਵਿਧੀ। ਚੀਨ ਨੇ ਕਦੋਂ ਭਾਰਤ ਚੀਨ ਯੁੱਧ ਕਦੋਂ ਹੁੰਦਾ? ਤਾਂ 1962 ਦੇ ਵਿੱਚ। ਪੋਲਿਸ ਸ਼ਬਦ ਦਾ ਕੀ ਅਰਥ ਹੈ? ਤਾਂ ਪੋਲਿਸ ਜਿਹੜੀ ਕਿ ਕਿਸ ਭਾਸ਼ਾ ਦਾ ਸ਼ਬਦ ਹੈ? ਲਾਤੀਨੀ ਭਾਸ਼ਾ ਦਾ ਸ਼ਬਦ ਹੈ। ਸੱਤਿਆਗ੍ਰਹਿ ਦਾ ਅਰਥ ਹੈ ਸੱਚ ਉੱਤੇ ਡਟੇ ਰਹਿਣਾ, ਠੀਕ ਹੈ। ਅਤੇ ਮਹਾਤਮਾ ਗਾਂਧੀ ਦਾ ਇੱਕ ਇਮਾਨਦਾਰੀ ਟਰਸਟੀਸ਼ਿਪ ਸਿਧਾਂਤ ਉਹ ਵੀ ਬਹੁਤ ਇੰਪੋਰਟੈਂਟ ਹੈ। ਅਤੇ ਰਾਣੀਕ ਦਲ ਕਿਸ ਦੀ ਜਿੰਦ ਜਾਨ ਹੁੰਦੇ ਨੇ? ਤਾਂ ਲੋਕਤੰਤਰ ਦੀ, ਠੀਕ ਹੈ, ਲੋਕਤੰਤਰ। ਅੱਗੇ ਹੈਗਾ ਸੁਤੰਤਰਤਾ ਦੇ ਬਾਅਦ ਭਾਰਤ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਨੂੰ ਲਾਗੂ ਕੀਤਾ ਗਿਆ? ਤਾਂ ਸੰਸਦੀ ਸ਼ਾਸਨ ਪ੍ਰਣਾਲੀ, ਠੀਕ ਹੈ। ਜਿਹਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਵਿਧਾਨ ਪਾਲਿਕਾ ਵਿੱਚ ਨਿਕਟਵਰਤੀ ਸੰਬੰਧ ਹੁੰਦੇ ਨੇ। ਕਾਰਜਪਾਲਿਕਾ ਆਪਣੇ ਹਰ ਕੰਮ ਲਈ ਵਿਧਾਨ ਪਾਲਿਕਾ ਪ੍ਰਤੀ ਉੱਤਰਦਾਈ ਹੁੰਦੀ ਹੈ, ਠੀਕ ਹੈ। ਜਿੱਥੇ ਉੱਤਰਦਾਈ ਨਹੀਂ ਹੋਣਗੇ ਤਾਂ ਉੱਥੇ ਹੋਊਗਾ ਪ੍ਰਧਾਨਗੀ ਸ਼ਾਸਨ ਪ੍ਰਣਾਲੀ। ਅਤੇ ਸੰਸਦੀ ਸ਼ਾਸਨ ਪ੍ਰਣਾਲੀ ਕਿਸ ਦੇਸ਼ ਤੋਂ ਲਈ ਗਈ ਹੈ? ਤਾਂ ਬ੍ਰਿਟੇਨ ਤੋਂ ਲਈ ਗਈ ਹੈ। ਠੀਕ ਹੈ, ਇੰਗਲੈਂਡ ਤੋਂ ਲਈ ਗਈ ਹੈ। ਅਤੇ ਇਹ ਜਿਹੜੀ ਕਿ ਅਸਲੀ ਕਾਰਜਪਾਲਿਕਾ ਕਿਹੜੀ ਹੁੰਦੀ ਹੈ? ਅਸਲੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ। ਅਤੇ ਨਾਮਾਤਰ ਕਾਰਜਪਾਲਿਕਾ ਹੈਗਾ ਰਾਸ਼ਟਰਪਤੀ। ਅਤੇ ਸੰਸਦ ਦੇ ਮੈਂਬਰ ਕਿੰਨੇ ਸਮੇਂ ਲਈ, ਜਿਹੜੇ ਕਿ ਅਗਰ ਸੰਸਦ ਦੇ ਮੈਂਬਰ ਨਹੀਂ ਹੈ ਤਾਂ ਕਿੰਨੇ ਚਿਰ ਦੇ ਵਿੱਚ ਉਹਨਾਂ ਨੂੰ ਜਿਹੜੇ ਕਿ ਟਾਈਮ ਦੇ ਵਿੱਚ ਮੈਂਬਰ ਬਣਨਾ ਜ਼ਰੂਰੀ ਹੈ? ਘੱਟੋ ਘੱਟ 6 ਮਹੀਨੇ। ਅਤੇ ਕਿਸੇ ਇੱਕ ਦਲ ਦਾ ਨਾਮ ਲਓ ਜਿੱਥੇ ਬਹੁਦਲ ਪ੍ਰਣਾਲੀ ਹੈ। ਕਿਸੇ ਇੱਕ ਇੱਥੇ ਦੇਸ਼ ਆਊਗਾ ਜਿੱਥੇ ਬਹੁਦਲ ਪ੍ਰਣਾਲੀ ਹੈ, ਤਾਂ ਉਹ ਹੈਗਾ ਭਾਰਤ, ਠੀਕ ਹੈ, ਭਾਰਤ ਬਹੁਦਲ ਪ੍ਰਣਾਲੀ। ਅਤੇ ਭਾਰਤ ਤੋਂ ਇਲਾਵਾ ਰੂਸ ਦੇ ਵਿੱਚ ਬਹੁਦਲ ਪ੍ਰਣਾਲੀ ਹੈ। ਅਤੇ ਇੱਕ ਹੈਗਾ ਜਿਹੜੀ ਕਿ ਬਹੁਦਲ ਪ੍ਰਣਾਲੀ ਹੈਗੀ ਆ ਸਵਿਟਜ਼ਰਲੈਂਡ, ਠੀਕ ਹੈ, ਸਵਿਟਜ਼ਰਲੈਂਡ। ਅਤੇ ਸਭ ਤੋਂ ਵੱਡਾ ਜਿਹੜੇ ਕਿ ਲੋਕਤੰਤਰ ਕਿੱਥੇ ਦਾ? ਭਾਰਤ ਦੇ ਵਿੱਚ। ਅਤੇ ਸਰਵਉੱਚ ਸ਼ਕਤੀ ਕਿਸ ਦੇ ਕੋਲ ਹੁੰਦੀ ਹੈ? ਤਾਂ ਲੋਕਾਂ ਕੋਲ, ਠੀਕ ਹੈ। ਅਤੇ ਦੋ ਦਲ ਪ੍ਰਣਾਲੀ ਇਹ ਹੈਗਾ ਅਮਰੀਕਾ ਅਤੇ ਇੰਗਲੈਂਡ, ਠੀਕ ਹੈ। ਇੱਕ ਦਲ ਪ੍ਰਣਾਲੀ ਚੀਨ, ਠੀਕ ਹੈ, ਇੱਕ ਦਲ ਪ੍ਰਣਾਲੀ ਚੀਨ, ਕੰਬੋਡੀਆ, ਵੀਅਤਨਾਮ, ਕੋਰੀਆ, ਠੀਕ ਹੈ, ਇੱਕ ਦਲ ਪ੍ਰਣਾਲੀ। ਅਤੇ ਅੱਗੇ ਇਨਸਾਨੀ ਬਰਾਦਰੀ ਦਾ ਨਿਰਮਾਣ ਕਿਸ ਨੇ ਕੀਤਾ? ਤਾਂ ਆਨਸਰ ਆ ਜਾਊਗਾ ਖਾਨ ਅਬਦੁਲ ਗਫਾਰ ਨੇ। ਅੱਗੇ ਹੈ ਸਾਰਕ ਦੇ ਮੈਂਬਰ ਦੇਸ਼ਾਂ ਨਾਲ ਦੱਸਣੇ ਨੇ। ਤਾਂ ਸਾਰਕ ਦਾ ਜਿਹੜੇ ਕਿ ਅਰਥ ਹੈ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ, ਜਿਹਦਾ ਨਾਂ 8 ਦਸੰਬਰ 1985 'ਚ ਇਹਦੀ ਸਥਾਪਨਾ ਹੁੰਦੀ ਹੈ। ਦਫ਼ਤਰ ਹੈਗਾ ਕਾਠਮਾਂਡੂ, ਨੇਪਾਲ ਦੀ ਰਾਜਧਾਨੀ। ਫਸਟ ਸੰਮੇਲਨ ਢਾਕਾ ਦੇ ਵਿੱਚ ਬੰਗਲਾਦੇਸ਼ ਦੀ ਰਾਜਧਾਨੀ ਆ। ਅਤੇ ਇਹਦੇ ਮੁੱਢਲੇ ਮੈਂਬਰ ਸੀ 7। 8ਵਾਂ ਜੁੜਿਆ ਅਫਗਾਨਿਸਤਾਨ। 7 ਮੈਂਬਰ ਸੀ ਭਾਰਤ, ਮਾਲਦੀਵ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਭੂਟਾਨ। 8ਵਾਂ ਜੁੜਿਆ ਅਫਗਾਨਿਸਤਾਨ, ਠੀਕ ਹੈ, ਇਹਦੇ ਵਿੱਚ। ਅਤੇ ਸਾਰਕ ਦੀ ਸਥਾਪਨਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸਹਿਯੋਗ ਸੀ ਤਾਂ ਉਹ ਸੀ ਜਿਹੜੇ ਕਿ ਬੰਗਲਾਦੇਸ਼ ਦੇ ਰਾਸ਼ਟਰਪਤੀ ਜ਼ਿਆਉਰ ਰਹਿਮਾਨ, ਠੀਕ ਹੈ, ਜ਼ਿਆਉਰ ਰਹਿਮਾਨ, ਠੀਕ ਹੈ। ਨੈਕਸਟ ਹੈ ਲੋਕ ਰਾਜ ਪ੍ਰਣਾਲੀ ਵਿੱਚ ਡੈਸ਼ ਦਲਾਂ ਦਾ ਹੋਣਾ ਜ਼ਰੂਰੀ ਹੈ। ਤਾਂ ਇਸ ਦੇ ਵਿੱਚ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਬਹੁਦਲ ਦਲਾਂ ਦਾ ਹੋਣਾ ਜ਼ਰੂਰੀ ਹੈ, ਠੀਕ ਹੈ, ਬਹੁਦਲ। 1919 ਤੋਂ ਲੈ ਕੇ 1947 ਦੇ ਯੁੱਗ ਨੂੰ ਕੀ ਕਹਿੰਦੇ ਨੇ? ਗਾਂਧੀ ਯੁੱਗ ਕਿਹਾ ਜਾਂਦਾ, ਗਾਂਧੀ ਯੁੱਗ, ਠੀਕ ਹੈ, ਗਾਂਧੀ ਯੁੱਗ। ਅਤੇ ਡੈਸ਼ ਹਰ ਪ੍ਰਕਾਰ ਦੇ ਪਰਿਵਰਤਨ ਨੂੰ ਜਲਦੀ ਹੀ ਅਪਣਾ ਲੈਂਦੇ ਨੇ। ਤਾਂ ਇਹਦੇ ਵਿੱਚ ਜਿਹੜੇ ਕਿ ਕ੍ਰਾਂਤੀਕਾਰੀ ਦਲ, ਠੀਕ ਹੈ, ਕ੍ਰਾਂਤੀਕਾਰੀ ਦਲ, ਠੀਕ ਹੈ। ਅਤੇ ਜਿਹੜੇ ਦਲ ਕ੍ਰਾਂਤੀਕਾਰੀ ਹੁੰਦੇ ਨੇ ਸਮਾਜਿਕ ਆਰਥਿਕ ਪਰਿਵਰਤਨ ਦਾ ਸਮਰਥਨ ਕਰਦੇ ਨੇ, ਉਹਨਾਂ ਨੂੰ ਵਾਮਪੰਥੀ ਵੀ ਕਹਿੰਦੇ ਨੇ, ਠੀਕ ਹੈ, ਵਾਮਪੰਥੀ। ਅਤੇ ਨੈਕਸਟ ਕੁਐਸਚਨ ਹੈ ਹਾਂਜੀ ਸ਼ਹਿਰੀ ਸਥਾਨਕ ਸਰਕਾਰਾਂ ਦੇ ਸਭ ਤੋਂ ਉੱਪਰਲੀ, ਤਾਂ ਇਹ ਤਾਂ ਹੁਣ ਆਪਾਂ ਨੇ ਕੀਤਾ ਹੀ ਡਿਸਕਸ, ਤਾਂ ਨਗਰ ਨਿਗਮ, ਠੀਕ ਹੈ, ਨਗਰ ਨਿਗਮ, ਜਿਹਦੇ ਪ੍ਰਧਾਨ ਨੂੰ ਕਹਿੰਦੇ ਨੇ ਮੇਅਰ। ਅਤੇ ਇਹਦੇ ਕਾਰਜਸਾਰਕ ਅਧਿਕਾਰੀ ਹੋ ਜਾਊਗਾ ਕਮਿਸ਼ਨਰ। ਭਾਰਤ ਵਿੱਚ ਖੇਤਰੀ ਦਲਾਂ ਦੀ ਗਿਣਤੀ ਦੱਸਣੀ ਕਿੰਨੀ ਹੈ, ਠੀਕ ਹੈ। ਅਤੇ ਅੱਗੇ ਹੈ ਏਕੀਕਰਨ ਇੱਕ ਅਜਿਹਾ ਵਿਚਾਰਾ ਜਿਸ ਦਾ ਵਿਕਾਸ ਲੋਕਾਂ ਦੇ ਦਿਲਾਂ ਦੇ ਵਿੱਚ ਹੁੰਦਾ ਹੈ। ਸਾਰਕ ਦੀ ਸਥਾਪਨਾ ਡੈਸ਼ ਦੁਆਰਾ ਕੀਤੀ ਗਈ, ਤਾਂ ਜ਼ਿਆਉਰ ਰਹਿਮਾਨ ਦੁਆਰਾ ਆਪਾਂ ਨੇ ਕਰ ਲਿਆ। ਰਾਣਿਕ ਸੱਭਿਆਚਾਰ ਇੱਕ ਤੰਗ ਧਾਰਨਾ ਗਲਤ ਹੈ। ਅਹਿੰਸਾ ਦਾ ਸਿਧਾਂਤ ਗਾਂਧੀ ਜੀ ਦੇ ਸਮੁੱਚੇ ਵਿਚਾਰਾਂ ਦਾ ਮੂਲ ਆਧਾਰ ਹੈ, ਤਾਂ ਠੀਕ ਹੈ। ਅਤੇ ਅੱਗੇ ਹੈ ਲੋਕ ਮਤ ਆਪਣੇ ਪੱਖ ਵਿੱਚ ਕਰਨਾ ਹਰੇਕ ਰਾਜਨੀਤਿਕ ਦਲ ਦਾ ਜ਼ਰੂਰੀ ਕੰਮ ਹੈ, ਤਾਂ ਠੀਕ ਹੈ। ਅਤੇ ਭਾਰਤ ਵਿੱਚ ਸਾਰੇ ਰਾਜਨੀਤਿਕ ਦਲ ਸੁਤੰਤਰ ਪੂਰਵਕ ਕੰਮ ਕਰਦੇ ਨੇ, ਤਾਂ ਠੀਕ ਹੈ। ਅਤੇ ਚੰਗਾ ਰਾਜਨੀਤਿਕ ਵਾਤਾਵਰਨ ਏਕੀਕਰਨ ਲਈ ਜ਼ਰੂਰੀ ਹੈ, ਤਾਂ ਠੀਕ ਹੈ। ਸਾਰਕ ਰਾਸ਼ਟਰੀ ਸੰਗਠਨ ਗਲਤ ਹੈ ਕਿਉਂਕਿ ਇਹ ਖੇਤਰੀ ਹੈ।
ਭਾਰਤ ਅਮਰੀਕਾ ਦੀ ਗੁੱਟਣ ਨੀਤੀ ਦਾ ਸਮਰਥਨ ਕਰਦਾ ਤਾਂ ਠੀਕ ਹੈ ਤੇ ਇਹ ਵੀ ਗਲਤ ਹੈ, ਠੀਕ ਹੈ, 75% ਵਾਲਾ। ਤੇ ਹੁਣ ਆਪਾਂ ਸੈਕਿੰਡ ਟੈਸਟ ਪੇਪਰ ਦੇ ਕਰ ਲੈਂਦੇ, ਫਿਰ ਆਪਾਂ ਕਰਾਂਗੇ 3 ਅੰਕ ਵਾਲੇ ਤੇ 6 ਮਾਰਕਸ ਵਾਲਾ, ਠੀਕ ਹੈ। ਹਾਂਜੀ, ਪਹਿਲਾਂ ਆਪਾਂ ਛੋਟੇ ਕਰ ਲੈਂਦੇ ਹਾਂ। ਰਾਜਨੀਤਿਕ ਵਿਵਸਥਾ ਦਾ ਮੁੱਖ ਗੁਣ ਕੀ ਹੈ? ਤਾਂ ਸ਼ਕਤੀ ਜਾਂ ਸੱਤਾ। ਮਾਰਕਸ ਅਨੁਸਾਰ ਸਮਾਜਿਕ ਵਿਕਾਸ ਨੂੰ ਵਿਕਸਿਤ ਕਰਨ ਵਾਲਾ ਤੱਥ ਕਿਹੜਾ? ਪਦਾਰਥਵਾਦ, ਠੀਕ ਹੈ, ਪਦਾਰਥਵਾਦ। ਤੇ ਕਾਰਲ ਮਾਰਕਸ ਨੂੰ ਜਿਹੜੇ ਕਿ ਵਿਗਿਆਨਿਕ ਸਮਾਜਵਾਦ ਦਾ ਪਿਤਾਮਾ ਵੀ ਕਿਹਾ ਜਾਂਦਾ, ਠੀਕ ਹੈ, ਸਾਮਵਾਦ ਦਾ ਪਿਤਾਮਾ ਕਾਰਲ ਮਾਰਕਸ। ਤੇ ਕਾਰਲ ਮਾਰਕਸ ਦਾ ਦੋਸਤ ਸੀ ਫਰੈਡਰਿਕ ਐਂਜਲਸ। ਤੇ ਕਾਰਲ ਮਾਰਕਸ ਦਾ ਜਿਹੜੇ ਕਿ ਜਨਮ ਹੁੰਦਾ 5 ਮਈ 1818 ਈਸਵੀ ਦੇ ਵਿੱਚ ਜਰਮਨੀ 'ਚ, ਠੀਕ ਹੈ, ਜਰਮਨੀ ਦੇ ਵਿੱਚ। ਤੇ ਕਾਰਲ ਮਾਰਕਸ ਦਾ ਦੇਹਾਂਤ 1883 ਈਸਵੀ ਦੇ ਵਿੱਚ ਲੰਡਨ, ਇੰਗਲੈਂਡ ਦੇ ਵਿੱਚ, ਠੀਕ ਹੈ। ਤੇ ਕਿਰਤੀਆਂ ਨੂੰ ਇਕਮੁੱਠ ਹੋ ਕੇ ਸਾਮਵਾਦੀ ਕ੍ਰਾਂਤੀ ਲਿਆਉਣ ਦੀ ਪੁਕਾਰ ਕੌਣ ਕਰਦਾ? ਤਾਂ ਜਿਹੜੀ ਕਿ ਕਾਰਲ ਮਾਰਕਸ ਕਰਦਾ ਕਮਿਊਨਿਸਟ ਮੈਨੀਫੈਸਟੋ ਦੇ ਵਿੱਚ, ਠੀਕ ਹੈ। ਤੇ ਵਾਧੂ ਮੁੱਲ ਦਾ ਸਿਧਾਂਤ ਇਹਦਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਅੱਗੇ ਮਹਾਤਮਾ ਗਾਂਧੀ ਦੇ ਰਾਜਨੀਤਿਕ ਗੁਰੂ ਆਪਾਂ ਨੇ ਕੁਐਸਚਨ ਡਿਸਕਸ ਕਰ ਲਿਆ ਸੀ, ਗੋਪਾਲ ਕ੍ਰਿਸ਼ਨ ਗੋਖਲੇ। ਤੇ ਜਨਤਾ ਦੀ ਆਵਾਜ਼ ਅਸਲ ਵਿੱਚ ਭਗਵਾਨ ਦੀ ਆਵਾਜ਼ ਹੁੰਦੀ ਹੈ, ਤਾਂ ਇਹ ਕਥਨ ਹੈ ਜਿਹੜੇ ਕਿ ਰੂਸੋ ਦਾ। ਤੇ ਅੱਗੇ ਹੈਗਾ ਚੋਣਾਂ ਦੌਰਾਨ ਪ੍ਰੋਪੇਗੰਡਾ ਕਿੰਨੇ ਸਾਧਨਾਂ ਦੁਆਰਾ ਕੀਤਾ ਜਾਂਦਾ? ਤਾਂ ਇਹ ਸਾਰੇ ਆ ਜਾਣਗੇ। ਤੇ ਚੋਣ ਕਮਿਸ਼ਨ ਬਾਰੇ ਹੋਰ ਕੁਐਸਚਨਸ। ਭਾਰਤੀ ਚੋਣ ਆਯੋਗ ਜਾਂ ਚੋਣ ਪ੍ਰਣਾਲੀ, ਠੀਕ ਹੈ, ਭਾਰਤੀ ਸੰਵਿਧਾਨ ਦੇ ਭਾਗ 15 ਦੇ ਅਧੀਨ ਤੇ ਆਰਟੀਕਲ 324 ਤੋਂ ਲੈ ਕੇ 329 ਤੱਕ। 326 ਦੇ ਅਧੀਨ 18 ਸਾਲ ਦੇ ਹਰੇਕ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਆ। 18 ਸਾਲ ਉਮਰ ਹੈ ਜਿਹੜੀ ਕਿ 61ਵੀਂ ਸੰਵਿਧਾਨਿਕ ਸੋਧ ਦੁਆਰਾ ਕੀਤੀ ਗਈ ਹੈ, ਪਹਿਲਾਂ 21 ਸਾਲ ਸੀ, ਠੀਕ ਹੈ। 61ਵੀਂ ਸੋਧ 1999 ਦੇ ਵਿੱਚ ਹੁੰਦੀ ਹੈ। ਤੇ ਚੋਣ ਆਯੋਗ ਦੀ ਵਿਵਸਥਾ 324 ਆਰਟੀਕਲ ਦੇ ਵਿੱਚ ਹੈ। ਚੋਣ ਪ੍ਰਚਾਰ ਦਾ ਸਮਾਂ 14 ਦਿਨਾਂ ਦਾ ਹੁੰਦਾ। ਫਸਟ ਇਲੈਕਸ਼ਨ ਕਮਿਸ਼ਨ ਸੀ ਅਸ਼ੋਕ ਕੁਮਾਰ ਸੇਨ। ਤੇ ਹੁਣ ਕਰੰਟ ਸਮੇਂ ਜਿਹੜੇ ਕਿ ਚੋਣ ਕਮਿਸ਼ਨ ਹੈਗਾ ਰਾਜੀਵ ਕੁਮਾਰ। ਤੇ 15 ਮਈ 2002 ਤੋਂ ਲੈ ਕੇ 25 ਤੱਕ ਰਹਿਣਾ, ਠੀਕ ਹੈ, ਫਰਵਰੀ 2025 ਤੱਕ। ਤੇ ਚੋਣ ਕਮਿਸ਼ਨਰ, ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ? ਤਾਂ ਰਾਸ਼ਟਰਪਤੀ ਕਰਦਾ। ਨਿਯੁਕਤੀ ਕੌਣ ਕਰਦਾ? ਰਾਸ਼ਟਰਪਤੀ। ਤੇ ਇਹਦਾ ਕਾਰਜਕਾਲ ਕਿੰਨਾ ਹੁੰਦਾ? ਜਾਂ ਤਾਂ 6 ਸਾਲ, ਠੀਕ ਹੈ, ਜਾਂ 65 ਸਾਲ। ਮਤਲਬ ਕਿ ਜੇ ਕੋਈ ਵੀ ਚੋਣ ਕਮਿਸ਼ਨ ਮਤਲਬ ਕਿ ਉਹਨੂੰ ਨਿਯੁਕਤ ਕੀਤਾ, ਅਗਰ ਉਹਦੀ ਉਮਰ 63 ਸਾਲ ਆ ਤਾਂ ਉਸ ਤੋਂ ਬਾਅਦ ਉਹਨੇ ਸਿਰਫ 65 ਸਾਲ ਤੱਕ ਕੰਮ ਕਰਨਾ, ਚਾਹੇ 6 ਸਾਲ ਪੂਰੇ ਹੋਣ ਚਾਹੇ ਨਾ ਹੋਣ, ਠੀਕ ਹੈ। ਤੇ ਜੇ ਹਜੇ ਏਜ ਘੱਟ ਹੈ ਤਾਂ 6 ਸਾਲ ਕੰਮ ਕਰੂਗਾ। ਤੇ ਪਹਿਲੀਆਂ ਚੋਣਾਂ ਹੋਈਆਂ 1952 ਦੇ ਵਿੱਚ, 51 ਵੀ ਮਿਲਦਾ ਕਈ ਥਾਂ 'ਤੇ। ਤੇ ਪੰਚਾਇਤ ਦਿਵਸ ਜਿਹੜੇ ਕਿ 21 ਅਪ੍ਰੈਲ ਨੂੰ ਹੁੰਦਾ, ਵੋਟਰ ਦਿਵਸ 25 ਜਨਵਰੀ ਨੂੰ ਹੁੰਦਾ। ਤੇ ਮਨੁੱਖੀ ਅਧਿਕਾਰ ਆਯੋਗ 10 ਦਸੰਬਰ 1993 ਵਿੱਚ ਸਥਾਪਨਾ ਹੁੰਦੀ ਹੈ। ਤਾਂ ਮਨੁੱਖੀ ਅਧਿਕਾਰ ਦਿਵਸ ਆ ਜਿਹੜੇ ਕਿ 10 ਦਸੰਬਰ ਨੂੰ ਮਨਾਇਆ ਜਾਂਦਾ। ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 'ਚ ਕੀਤੀ ਗਈ। ਤੇ ਭਾਰਤੀ ਚੋਣ ਆਯੋਗ ਕਿਹਨਾਂ ਦੀਆਂ ਚੋਣਾਂ ਕਰਵਾਉਂਦਾ? ਭਾਰਤੀ ਚੋਣ ਆਯੋਗ ਸੰਸਦ ਦੇ ਵਿੱਚ ਜਿਹੜੇ ਕਿ ਆ ਜਾਊਗਾ ਲੋਕ ਸਭਾ, ਰਾਜ ਸਭਾ, ਠੀਕ ਹੈ। ਭਾਰਤੀ ਚੋਣ ਕਮਿਸ਼ਨਰ ਜਾਂ, ਠੀਕ ਹੈ, ਜਾਂ ਚੋਣ ਆਯੋਗ ਸੰਸਦ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਠੀਕ ਹੈ। ਤੇ ਵਿਧਾਨ ਸਭਾਵਾਂ, ਰਾਜ ਵਿਧਾਨ ਸਭਾਵਾਂ, ਇਹਨਾਂ ਦੀ ਚੋਣ ਕਰਵਾਉਂਦਾ ਭਾਰਤੀ ਚੋਣ ਆਯੋਗ, ਠੀਕ ਹੈ। ਤੇ ਰਾਜ ਚੋਣ ਆਯੋਗ ਇਹਨਾਂ ਦੀ ਕਰਵਾਉਂਦਾ? ਰਾਜ ਚੋਣ ਆਯੋਗ ਇਹ ਕਰਵਾਉਂਦਾ ਪੇਂਡੂ ਪੱਧਰ 'ਤੇ, ਠੀਕ ਹੈ, ਪੇਂਡੂ ਪੱਧਰ 'ਤੇ ਸਥਾਨਕ ਸਰਕਾਰਾਂ, ਸ਼ਹਿਰੀ ਪੱਧਰ 'ਤੇ ਸਥਾਨਕ ਸਰਕਾਰਾਂ ਦੀ ਚੋਣ ਹੈ ਜਿਹੜੀ ਕਿ ਰਾਜ ਚੋਣ ਆਯੋਗ ਕਰਵਾਉਂਦਾ। ਹਾਂਜੀ, ਅੱਗੇ ਆ ਗਿਆ ਭਾਰਤ ਸੰਸਾਰ ਦਾ ਸਭ ਤੋਂ ਵੱਡਾ ਕੀ ਹੈ? ਲੋਕਤੰਤਰ ਹੈ। ਜਾਤੀ ਭਾਰਤ ਵਿੱਚ ਸਭ ਤੋਂ ਵੱਡਾ ਰਾਜਨੀਤਿਕ ਦਲ ਹੈ, ਕਥਨ ਕੀਤਾ ਤਾਂ ਇਹਦਾ ਊੜਾ ਆਪਸ਼ਨ। ਅੱਗੇ ਹੈਗਾ ਹਾਂਜੀ, ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਭਾਰਤ ਸੰਵਿਧਾਨ ਕਿਹੜੀ ਸੋਧ ਕੀਤੀ ਗਈ ਸੀ? ਤਾਂ 74ਵੀਂ ਸ਼ਹਿਰੀ ਦੇ ਲਈ। ਪੇਂਡੂ ਦੇ ਲਈ 73ਵੀਂ ਆਊਗੀ, ਠੀਕ ਹੈ। ਤੇ ਅੱਗੇ ਭਾਰਤ ਵਿੱਚ ਕਿਹੜੀ ਦਲ ਪ੍ਰਣਾਲੀ? ਤਾਂ ਭਾਰਤ ਵਿੱਚ ਬਹੁ ਦਲ ਪ੍ਰਣਾਲੀ ਹੈ। ਭਾਰਤ ਸੰਵਿਧਾਨ ਨੇ ਕਿਹੜੇ ਲੋਕਤੰਤਰ ਦੀ ਵਿਵਸਥਾ ਕੀਤੀ? ਤਾਂ ਪ੍ਰਤੱਖ ਲੋਕਤੰਤਰ। ਅੱਗੇ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕਦੋਂ ਹੁੰਦੀ ਹੈ? 24 ਅਕਤੂਬਰ 1945 ਦੇ ਵਿੱਚ। ਤੇ ਇਹਦੇ ਨਾਲ ਸੰਬੰਧਿਤ ਹੋਰ ਕੁਐਸਚਨਸ। ਹਾਂਜੀ, ਤੇ ਯੂਐਨਓ ਸੰਯੁਕਤ ਰਾਸ਼ਟਰ ਸੰਘ ਦਾ ਜਿਹੜੇ ਕਿ ਮੁੱਖ ਦਫ਼ਤਰ ਹੈਗਾ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਵਿੱਚ। ਤੇ ਸੰਯੁਕਤ ਰਾਸ਼ਟਰ ਦੇ ਜਿਹੜੇ ਕਿ 6 ਅੰਗ ਨੇ। ਮੁੱਢਲੇ ਮੈਂਬਰ ਹੈਗੇ ਸੀ ਇਹਦੇ ਵਿੱਚ 51। ਭਾਰਤ ਸ਼ੁਰੂ ਤੋਂ ਹੀ ਮੈਂਬਰ ਸੀ, ਠੀਕ ਹੈ। ਤੇ ਹੁਣ ਇਹਦੇ ਕਰੰਟ ਸਮੇਂ ਹੈਗੇ ਨੇ 193 ਮੈਂਬਰ, ਠੀਕ ਹੈ। ਸੰਯੁਕਤ ਰਾਸ਼ਟਰ ਦੇ ਵਿੱਚ 193 ਮੈਂਬਰ ਨੇ। ਤੇ ਇਹਦੇ ਵਿੱਚੋਂ ਜਿਹੜੇ ਕਿ ਸੁਰੱਖਿਆ ਪਰਿਸ਼ਦ ਹੈ ਜਿਹਦੇ ਵਿੱਚ 15 ਮੈਂਬਰ ਹੁੰਦੇ ਨੇ, 10 ਅਸਥਾਈ ਤੇ 5 ਸਥਾਈ। 5 ਸਥਾਈਆਂ ਦੇ ਵਿੱਚ ਜਿਨ੍ਹਾਂ ਨੂੰ ਵੀਟੋ ਸ਼ਕਤੀ ਦਾ ਅਧਿਕਾਰ ਹਾਸਿਲ ਹੈ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ, ਚੀਨ। ਬ੍ਰਿਟੇਨ ਭਾਵ ਕਿ ਇੰਗਲੈਂਡ, ਠੀਕ ਹੈ। ਤੇ ਫਸਟ ਜਿਹੜੇ ਕਿ ਸੰਯੁਕਤ ਰਾਸ਼ਟਰ ਦਾ ਅੰਗ ਹੈਗਾ ਮਹਾਸਭਾ, ਜਿਹਨੂੰ ਸੰਯੁਕਤ ਰਾਸ਼ਟਰ ਦੀ ਸੰਸਦ ਵੀ ਕਹਿੰਦੇ ਨੇ। ਤੇ 193 ਦੇ ਮੈਂਬਰ ਨੇ, ਠੀਕ ਹੈ, ਮੈਂਬਰ ਦੇਸ਼ ਨੇ। ਸੁਰੱਖਿਆ ਪਰਿਸ਼ਦ ਆਪਣਾ ਡਿਸਕਸ ਕਰ ਲਿਆ। ਤੇ ਉਸ ਤੋਂ ਬਾਅਦ ਇਹਦੇ ਵਿੱਚ ਹੈਗਾ ਜਿਹੜੇ ਕਿ
ਆਰਥਿਕ ਅਤੇ ਸਮਾਜਿਕ ਪਰਿਸ਼ਦ, ਠੀਕ ਹੈ। ਆਰਥਿਕ ਅਤੇ ਸਮਾਜਿਕ ਪਰਿਸ਼ਦ ਕੁੱਲ 54 ਮੈਂਬਰ ਹੁੰਦੇ ਨੇ ਅਤੇ ਜਿਨ੍ਹਾਂ ਦੀ ਚੋਣ ਮਹਾਂ ਸਭਾ ਦੁਆਰਾ 3 ਸਾਲ ਦੇ ਸਮੇਂ ਲਈ ਕੀਤੀ ਜਾਂਦੀ ਹੈ, ਠੀਕ ਹੈ। ਅਤੇ ਜਿਹੜੇ ਅਸਥਾਈ ਮੈਂਬਰ ਹੁੰਦੇ ਨੇ ਸੁਰੱਖਿਆ ਪਰਿਸ਼ਦ ਦੇ, ਉਹ ਜਿਹੜੇ ਕਿ 2 ਸਾਲ ਇਹਨਾਂ ਦਾ ਕਾਰਜਕਾਲ ਹੁੰਦਾ, ਠੀਕ ਹੈ। ਅਤੇ ਟਰਸਟੀਸ਼ਿਪ ਜਿਹਦੇ ਵਿੱਚ ਮੈਂਬਰਾਂ ਦੀ ਸੰਖਿਆ ਨਿਸ਼ਚਿਤ ਨਹੀਂ ਹੁੰਦੀ। ਅੰਤਰਰਾਸ਼ਟਰੀ ਅਦਾਲਤ, ਠੀਕ ਹੈ, ਜਿਹਦੇ ਵਿੱਚ ਕੁੱਲ 15 ਜੱਜ ਹੁੰਦੇ ਨੇ, 9 ਸਾਲ ਦੇ ਲਈ ਚੁਣੇ ਜਾਂਦੇ ਨੇ। ਸਕੱਤਰੇਤ ਜਿਹੜੇ ਕਿ ਮਹਾਂ ਸਕੱਤਰੇਤ ਦਾ ਮੁਖੀ ਹੁੰਦਾ, ਜਿਹੜੇ ਕਿ 5 ਸਾਲ ਦੇ ਲਈ ਚੁਣਿਆ ਜਾਂਦਾ ਸੁਰੱਖਿਆ ਪਰਿਸ਼ਦ ਦੀ ਸਿਫਾਰਿਸ਼ 'ਤੇ ਮਹਾਂ ਸਭਾ ਦੁਆਰਾ। ਅਤੇ ਗੁੱਟ ਨਿਰਲੇਪਤਾ ਦੇ ਹੁਣ ਮੈਂਬਰ ਨੇ 120, ਠੀਕ ਹੈ, ਮੈਂਬਰ 120 ਨੇ। ਅਤੇ ਗੁੱਟ ਨਿਰਲੇਪਤਾ ਦੀ ਪਹਿਲੀ ਮੀਟਿੰਗ 1952 'ਚ ਹੁੰਦੀ ਹੈ, ਠੀਕ ਹੈ, ਇਹ ਯਾਦ ਰੱਖਣਾ। ਅਤੇ ਗੁੱਟ ਨਿਰਲੇਪਤਾ ਦੇ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਈ ਆ ਭਾਰਤ ਨੂੰ ਗੁੱਟ ਨਿਰਲੇਪ ਬਣਾਉਣ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ। ਅਤੇ ਇੱਕ ਤੁਸੀਂ ਜਿਹੜੇ ਰਾਸ਼ਟਰੀ ਰਾਜਨੀਤਿਕ ਦਲ ਨੇ, ਇਹਨਾਂ ਦੇ ਤੁਸੀਂ ਜਿਹੜੇ ਕਿ ਸਿੰਬਲਸ ਵੀ ਯਾਦ ਰੱਖਣੇ ਨੇ, ਠੀਕ ਹੈ, ਚੋਣ ਨਿਸ਼ਾਨ। ਅਤੇ ਜਿਵੇਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਚੋਣ ਨਿਸ਼ਾਨ ਜਿਹੜਾ ਸਭ ਤੋਂ ਪੁਰਾਣਾ ਜੇ ਦਲ ਪੁੱਛਿਆ ਜਾਵੇ ਤਾਂ ਭਾਰਤੀ ਰਾਸ਼ਟਰੀ ਕਾਂਗਰਸ ਆ। ਇਹਦੀ ਸਥਾਪਨਾ 1885 ਦੇ ਵਿੱਚ ਹੁੰਦੀ ਹੈ ਅਤੇ ਚੋਣ ਨਿਸ਼ਾਨ ਹੈਗਾ ਦਾ ਹੱਥ। ਅਤੇ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 1980 ਦੇ ਵਿੱਚ ਅਤੇ ਚੋਣ ਨਿਸ਼ਾਨ ਹੈਗਾ ਕਮਲ ਦਾ ਫੁੱਲ। ਅਤੇ ਭਾਰਤ ਦਾ ਸਾਮਵਾਦੀ ਦਲ ਜਿਹਦੀ ਸਥਾਪਨਾ 1924 ਦੇ ਵਿੱਚ ਹੁੰਦੀ ਆ, ਦਾਤਰੀ ਅਤੇ ਕਣਕ ਦੀ ਬੱਲੀ। ਅਤੇ ਭਾਰਤ ਦਾ ਸਾਮਵਾਦੀ ਦਲ ਮਾਰਕਸਵਾਦੀ, ਠੀਕ ਆ, ਮਾਰਕਸਵਾਦੀ 1964 ਹੈ। ਜੇ ਪੁੱਛਿਆ ਜਾਵੇ ਇਕੱਲਾ ਸਾਮਵਾਦੀ ਤਾਂ 1924 ਹੈ, ਠੀਕ ਹੈ, ਇਹ ਮਾਰਕਸਵਾਦੀ 1964। ਅਤੇ ਇਹਦਾ ਮਾਰਕਸਵਾਦੀ ਦਾ ਚੋਣ ਨਿਸ਼ਾਨ ਹੈਗਾ ਦਾਤਰੀ, ਹਥੌੜਾ ਅਤੇ ਤਾਰਾ। ਅਤੇ ਬਹੁਜਨ ਸਮਾਜ ਪਾਰਟੀ ਦਾ ਹਾਥੀ, ਠੀਕ ਹੈ। ਅਤੇ ਆਪ ਪਾਰਟੀ ਦਾ ਤੁਹਾਨੂੰ ਪਤਾ ਹੀ ਹੈ, ਠੀਕ ਹੈ, ਝਾੜੂ। ਅਤੇ ਆਪ ਪਾਰਟੀ ਦੀ ਜਿਹੜੀ ਕਿ ਹੋਂਦ ਨਵੰਬਰ 2012 ਦੇ ਵਿੱਚ, ਠੀਕ ਹੈ। ਅੱਗੇ ਹੈਗਾ ਅਮਰੀਕਾ ਦੁਆਰਾ ਭਾਰਤ ਨਾਲ ਪਰਮਾਣੂ ਸੰਧੀ ਕਦੋਂ ਕੀਤੀ ਗਈ ਤਾਂ 2006 ਦੇ ਵਿੱਚ। ਅਤੇ ਜਿਵੇਂ 1971 'ਚ ਕਿਹੜੇ ਦੇਸ਼ ਦਾ ਜਨਮ ਹੁੰਦਾ ਤਾਂ ਉਹ ਜਿਹੜੇ ਕਿ ਭਾਵ ਕਿ ਕਿਹੜੇ ਦੇਸ਼ ਹੁੰਦਾ ਹੋਂਦ ਦੇ ਵਿੱਚ ਆਉਂਦਾ ਤਾਂ ਬੰਗਲਾਦੇਸ਼, ਠੀਕ ਹੈ। ਅਤੇ ਮੈਕਮੋਹਨ ਰੇਖਾ ਜਿਹੜੀ ਕਿ ਭਾਰਤ ਦੇ ਚੀਨ ਦੇ ਸੀਮਾ ਨੂੰ ਨਿਰਧਾਰਿਤ ਕਰਦੀ ਹੈ। ਅਤੇ ਜਿਹੜੇ ਕਿ ਪੰਚਸ਼ੀਲ 29 ਅਪ੍ਰੈਲ 1954 ਦੇ ਵਿੱਚ ਇਹਦੀ, ਠੀਕ ਹੈ, ਭਾਰਤ ਅਤੇ ਚੀਨ ਦੇ ਪ੍ਰਧਾਨ ਮੰਤਰੀ ਦੇ ਵਿਚਕਾਰ ਹੁੰਦਾ ਤਿੱਬਤ ਨੂੰ ਲੈ ਕੇ। ਸ਼ਿਮਲਾ ਸਮਝੌਤਾ 1971 ਦੇ ਵਿੱਚ, ਠੀਕ ਆ, ਭਾਰਤ ਪਾਕਿਸਤਾਨ ਦੇ ਵਿਚਕਾਰ ਹੁੰਦਾ। ਅਤੇ ਇਸ ਤੋਂ ਇਲਾਵਾ ਇਹਦੇ ਵਿੱਚ ਇੱਕ ਤਾਸ਼ਕੰਦ ਸਮਝੌਤਾ ਭਾਰਤ ਪਾਕਿਸਤਾਨ ਦੇ ਵਿੱਚ। ਅਤੇ ਤਾਸ਼ਕੰਦ ਸਮਝੌਤਾ ਜਿਹੜੇ ਕਿ ਰੂਸੀ ਨੇਤਾਵਾਂ ਦੇ ਯਤਨਾਂ ਸਦਕਾ ਹੁੰਦਾ। ਅਤੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਕਿਹੜੀ ਨਦੀ ਸੰਬੰਧੀ ਵਾਦ ਵਿਵਾਦ ਚੱਲ ਰਿਹਾ ਤਾਂ ਤਿਸਤਾ ਨਦੀ। ਅੱਗੇ ਉਦਾਰਵਾਦ ਦੇ 2 ਰੂਪ ਕਿਹੜੇ ਨੇ ਤਾਂ ਪੁਰਾਤਨ ਉਦਾਰਵਾਦ ਅਤੇ ਸਮਕਾਲੀ ਉਦਾਰਵਾਦ। ਭਾਰਤੀ ਨੌਕਰਸ਼ਾਹੀ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਤਾਂ ਰਾਸ਼ਟਰਪਤੀ ਦੁਆਰਾ, ਠੀਕ ਆ। ਭਰਤੀ ਇਹਨਾਂ ਦੀ ਹੁੰਦੀ ਆ, ਭਰਤੀ ਦੇ ਤਰੀਕੇ ਹੁੰਦੇ ਨੇ ਇਹਨਾਂ ਦੇ ਸਿੱਧੀ ਭਰਤੀ, ਤਰੱਕੀ ਦੁਆਰਾ ਭਰਤੀ ਭਾਵ ਕਿ ਇਹਨਾਂ ਦੀ ਪ੍ਰਮੋਸ਼ਨ, ਠੀਕ ਹੈ, ਜਾਂ ਮਿਸ਼ਰਤ ਭਰਤੀ। ਅਤੇ ਨੌਕਰਸ਼ਾਹੀ ਦੀ ਧਾਰਨਾ ਦਾ ਵਿਕਾਸ ਕਿਹਨੇ ਕੀਤਾ ਸੀ ਤਾਂ ਮੈਕਸ ਵੈਬਰ ਨੇ, ਠੀਕ ਹੈ। ਅਤੇ ਨੌਕਰਸ਼ਾਹੀ ਬਿਊਰੋਕਰੇਸੀ ਦਾ ਜਿਹੜੇ ਕਿ ਪੰਜਾਬੀ ਅਨੁਵਾਦ ਆ। ਅਤੇ ਬਿਊਰੋਕਰੇਸੀ ਦਾ ਅਰਥ ਆ ਡੈਸਕ 'ਤੇ ਬੈਠ ਕੇ ਸ਼ਾਸਨ ਕਰਨ ਵਾਲਾ। ਅਤੇ ਨੌਕਰਸ਼ਾਹੀ ਦੇ ਹੋਰ ਨਾਂ ਵੀ ਹੈਗੇ ਨੇ ਜਿਵੇਂ ਸਥਾਈ ਕਾਰਜਪਾਲਿਕਾ, ਠੀਕ ਹੈ, ਅਸੈਨਿਕ ਸੇਵਾਵਾਂ, ਲੋਕ ਸੇਵਾਵਾਂ, ਪ੍ਰਸ਼ਾਸਨਿਕ ਅਧਿਕਾਰੀ। ਅਤੇ ਇੱਕ ਉਦਾਰਵਾਦ ਦਾ ਵੀ ਯਾਦ ਰੱਖਣਾ, ਉਦਾਰਵਾਦ ਜਿਹੜੇ ਕਿ ਇੰਗਲਿਸ਼ ਦਾ ਸ਼ਬਦ ਹੈਗਾ ਲਿਬਰਲਿਜ਼ਮ। ਲਿਬਰਲਿਜ਼ਮ ਲਤੀਨੀ ਭਾਸ਼ਾ ਦਾ ਸ਼ਬਦ ਲਿਬਰਲਸ ਤੋਂ ਲਿਆ ਗਿਆ ਅਤੇ ਉਹਦਾ ਅਰਥ ਹੈ ਸੁਤੰਤਰ ਵਿਅਕਤੀ, ਠੀਕ ਹੈ। ਅਤੇ ਕਿਹੜਾ ਕਾਰਜ ਦਬਾਅ ਸਮੂਹ ਦਾ ਕਾਰਜ ਨਹੀਂ ਹੈਗਾ ਤਾਂ ਚੋਣਾਂ ਲੜਨਾ, ਠੀਕ ਹੈ, ਚੋਣਾਂ ਲੜਨਾ। ਅੱਗੇ ਪੰਚਾਇਤੀ ਰਾਜ ਨਾਲ 73ਵਾਂ ਸੰਵਿਧਾਨਿਕ ਸੰਸ਼ੋਧਨ ਕਦੋਂ ਲਾਗੂ ਹੁੰਦਾ ਤਾਂ 1993 ਦੇ ਵਿੱਚ, ਠੀਕ ਹੈ। ਅਤੇ ਭਾਰਤ ਦੇ 2 ਵਾਮਪੰਥੀ ਰਾਸ਼ਟਰੀ ਦਲਾਂ ਦੇ ਨਾਂ ਦੱਸਣੇ ਨੇ ਤਾਂ ਇਹਦੇ ਵਿੱਚ ਆ ਜਾਣਗੇ ਭਾਰਤੀ ਕਮਿਊਨਿਸਟ ਪਾਰਟੀ ਅਤੇ ਮਾਰਕਸਵਾਦੀ। ਅੱਗੇ ਹੈਗਾ ਭਾਰਤ ਨੂੰ ਗੁੱਟ ਨਿਰਪੱਖ ਦੇਸ਼ ਬਣਾਉਣ ਦੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਭੂਮਿਕਾ ਪੰਡਿਤ ਜਵਾਹਰ ਲਾਲ ਨਹਿਰੂ ਨੇ। ਭਾਰਤ ਪਾਕਿਸਤਾਨ ਦਾ ਮੁੱਖ ਝਗੜਾ ਕਿਸ ਕਰਕੇ ਹੈ ਤਾਂ ਕਸ਼ਮੀਰ। ਉਦਾਰਵਾਦ ਡੈਸ਼ ਦਾ ਉਲਟਾ ਨਹੀਂ ਤਾਂ ਨਵ ਉਦਾਰਵਾਦ ਦਾ, ਠੀਕ ਹੈ, ਨਵ ਉਦਾਰਵਾਦ। ਨੀਤੀਆਂ ਨੂੰ ਲਾਗੂ ਕਰਨ ਦਾ ਕੰਮ ਸਥਾਈ ਕਾਰਜਪਾਲਿਕਾ ਭਾਵ ਕਿ ਜਿਹੜੇ ਕਿ ਨੌਕਰਸ਼ਾਹੀ। ਅਤੇ ਦਬਾਅ ਸਮੂਹ ਰਾਜਨੀਤਿਕ ਦ੍ਰਿਸ਼ਟੀ ਤੋਂ ਡੈਸ਼ ਹੁੰਦੇ ਨੇ ਤਾਂ ਇਹਦੇ ਵਿੱਚ ਆ ਜਾਊਗਾ ਨਿਰਪੱਖ, ਠੀਕ ਹੈ, ਨਿਰਪੱਖ। ਨੈਕਸਟ ਹੈਗਾ ਅੱਗੇ ਸਥਾਨਕ ਸਵੈ ਸ਼ਾਸਨ ਡੈਸ਼ ਦਾ ਵਿਸ਼ਾ ਤਾਂ ਰਾਜ ਸੂਚੀ ਦਾ ਵਿਸ਼ਾ ਹੈ, ਠੀਕ ਹੈ, ਰਾਜ ਸੂਚੀ ਦਾ। ਨੈਕਸਟ ਹੈ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 1980 ਦੇ ਵਿੱਚ। ਅਤੇ ਭਾਰਤੀ ਸੈਨਿਕ ਸਮਝੌਤਿਆਂ ਦਾ ਡੈਸ਼ ਨਹੀਂ ਹੈ ਤਾਂ ਸੈਨਿਕ ਸਮਝੌਤਿਆਂ ਦਾ ਜਿਹੜੇ ਕਿ ਸਮਰਥਨ ਨਹੀਂ ਕਰਦਾ। ਅੱਗੇ ਹੈ
ਤਾਸ਼ਕੰਦ ਸਮਝੌਤਾ ਡੈਸ਼ ਵਿਚਕਾਰ ਹੁੰਦਾ ਦਾ ਭਾਰਤ ਪਾਕਿਸਤਾਨ ਦੇ ਵਿਚਕਾਰ। ਨੈਕਸਟ ਹੈ ਵਿਸ਼ਵੀਕਰਨ ਦਾ ਅਰਥ ਡੈਸ਼ ਦਾ ਵਿਸ਼ਵੀਕਰਨ ਹੈ ਤਾਂ ਮੰਡੀਕਰਨ, ਮੰਡੀਆਂ। ਠੀਕ ਹੈ, ਅੱਗੇ ਹੈ ਜੌਨ ਲੌਕ ਨੇ ਲੈਵੀਆਥਮ ਨਾਂ ਦੀ ਪੁਸਤਕ ਲਈ ਤਾਂ ਗਲਤ ਹੈ ਕਿਉਂਕਿ ਜੌਨ ਲੌਕ ਦੇ ਸ਼ਾਸਨ ਉੱਤੇ 2 ਨਿਬੰਧ ਸੀ। ਅੱਗੇ ਹੈ ਰਾਜ ਪ੍ਰਬੰਧ ਦਾ ਸੰਚਾਲਨ ਵਾਸਤਵ ਵਿੱਚ ਅਸੈਨਿਕ ਸੇਵਾਵਾਂ 'ਤੇ ਨਿਰਭਰ ਕਰਦਾ ਤਾਂ ਠੀਕ ਹੈ ਨੌਕਰਸ਼ਾਹੀ 'ਤੇ। ਅਤੇ ਅੱਗੇ ਹੈ ਇੱਕ ਜਾਂ ਥੋੜ੍ਹੇ ਵਿਅਕਤੀ ਆਪਣੇ ਹਿੱਤਾਂ ਦੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਵੀ ਠੀਕ ਹੈ। ਪੰਚਾਇਤਾਂ ਦੁਆਰਾ ਨਿਆਇਕ ਕੰਮ ਵੀ ਕੀਤੇ ਜਾਂਦੇ ਤਾਂ ਠੀਕ ਹੈ। ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਸ਼੍ਰੀਮਤੀ ਸੋਨੀਆ ਗਾਂਧੀ ਨੇ ਕੀਤੀ ਤਾਂ ਗਲਤ ਹੈ ਕਿਉਂਕਿ ਏ ਹੋਮ ਨੇ ਕੀਤੀ ਸੀ। ਅੱਗੇ ਹੈ ਗੁੱਟਨਲੇਪ ਦੇਸ਼ਾਂ ਦੀ ਪਹਿਲੀ ਮੀਟਿੰਗ 1952 ਦੇ ਵਿੱਚ ਹੁੰਦੀ ਹੈ। ਠੀਕ ਹੈ, ਨੇਪਾਲ ਵਿੱਚ ਅੱਜ ਵੀ ਰਾਜਸ਼ਾਹੀ ਗਲਤ ਹੈ। 1991 ਦੇ ਨਵੀਂ ਨੀਤੀ ਉਦਯੋਗਿਕ ਲਾਇਸੈਂਸ ਪ੍ਰਣਾਲੀ ਨੂੰ ਖਤਮ ਕੀਤਾ ਗਿਆ ਤਾਂ ਇਹ ਸਹੀ ਹੈ। ਠੀਕ ਹੈ, ਹਾਂਜੀ ਅੱਗੇ ਨੇ 3 ਮਾਰਕਸ ਵਾਲੇ ਕੁਐਸਚਨ। ਰਾਣੀ ਪ੍ਰਣਾਲੀ ਤੋਂ ਕੀ ਭਾਵ ਹੈ? ਧਰਮ ਤੇ ਰਾਜਨੀਤੀ ਸੰਬੰਧੀ ਵਿਚਾਰ, ਸੱਜੇ ਪੱਖੀ ਰਾਜਨੀਤਿਕ ਦਲ, ਅਨਪੜ੍ਹਤਾ ਲੋਕਤੰਤਰ 'ਤੇ ਕੀ ਪ੍ਰਭਾਵ ਪਾਉਂਦੀ ਹੈ? ਰਾਜਨੀਤਿਕ ਦਲਾਂ ਦਾ ਪੰਜੀਕਰਨ, ਰਾਸ਼ਟਰੀ ਏਕੀਕਰਨ ਦੀਆਂ ਸਮੱਸਿਆਵਾਂ, ਸਾਰਕ ਤੋਂ ਕੀ ਭਾਵ ਆ? ਰੂਸੀ ਸਮਝੌਤੇ ਦੀ ਸ਼ਰਤਾਂ। ਅੱਗੇ ਲੌਂਗ ਕੁਐਸਚਨ ਹੈ, ਪਹਿਲਾਂ ਆਪਾਂ ਕੁਐਸਚਨ ਦੇਖਾਂਗੇ ਫਿਰ ਆਨਸਰ ਕਰਾਂਗੇ। ਉਦਾਰਵਾਦ ਤੋਂ ਕੀ ਭਾਵ ਆ? ਇਹਦੇ ਸਿਧਾਂਤ, ਨੌਕਰਸ਼ਾਹੀ ਦੀ ਪਰਿਭਾਸ਼ਾ। ਠੀਕ ਹੈ, ਦਬਾਅ ਸਮੂਹ ਦੀ ਪਰਿਭਾਸ਼ਾ, ਵਿਸ਼ੇਸ਼ਤਾਵਾਂ, ਨਗਰ ਪੰਚਾਇਤ ਦੀ ਬਣਤਰ, ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਰੁਕਾਵਟਾਂ, ਭਾਰਤ ਪਾਕਿਸਤਾਨ ਵਿਚਕਾਰ ਤਣਾਅ ਦੇ ਸੰਬੰਧ ਦੇ ਕਾਰਨ। ਠੀਕ ਹੈ, ਹਾਂਜੀ ਉਦਾਰਵਾਦ, ਉਦਾਰਵਾਦ ਦਾ ਅਰਥ। ਠੀਕ ਹੈ, ਅਰਥ ਅਤੇ ਉਸ ਤੋਂ ਬਾਅਦ ਇਹਦੀ ਪਰਿਭਾਸ਼ਾ, ਫਿਰ ਇਹਦੇ ਸਿਧਾਂਤ, ਮਨੁੱਖੀ ਬੁੱਧੀ ਵਿੱਚ ਜਿਹੜੇ ਕਿ ਵਿਸ਼ਵਾਸ ਅਤੇ ਇਤਿਹਾਸ ਅਤੇ ਪਰੰਪਰਾਵਾਂ ਦਾ ਵਿਰੋਧ ਅਤੇ ਮਨੁੱਖੀ ਸੁਤੰਤਰਤਾ ਦਾ ਸਮਰਥਕ ਹੈ। ਠੀਕ ਹੈ, ਉਦਾਰਵਾਦ ਦਾ ਆਜ਼ਾਦੀ ਨਾਲ ਸਿੱਧਾ ਸੰਬੰਧ ਸਥਾਪਿਤ ਕਰਦਾ ਲਾਸਕੀ। ਅਤੇ ਰਾਜ ਦਾ ਉਦੇਸ਼ ਮਨੁੱਖ ਦੀ ਸ਼ਖਸੀਅਤ ਦਾ ਵਿਕਾਸ, ਵਿਅਕਤੀ ਟੀਚਾ ਦੇ ਰਾਜ ਸਾਧਨ ਨੇ ਅਤੇ ਰਾਜ ਬਨਾਵਟੀ ਸੰਸਥਾ ਹੈ। ਠੀਕ ਹੈ, ਅਤੇ ਆਪਾਂ ਦੂਜੇ ਮਾਡਲ ਟੈਸਟ ਪੇਪਰ ਦੇ ਵੀ ਕੁਐਸਚਨ ਦੇਖ ਲੈਂਦੇ ਪਹਿਲਾਂ, ਫਿਰ ਇਹਨਾਂ ਦੇ ਇਕੱਠੇ ਆਨਸਰ ਕਰਾਂਗੇ। ਠੀਕ ਹੈ, ਅਤੇ ਇਹ ਨੇ 3 ਮਾਰਕਸ ਦੇ ਵਿੱਚ, ਅਤੇ ਅੱਗੇ 6 ਮਾਰਕਸ ਵਾਲੇ ਰਾਜਨੀਤਿਕ ਪ੍ਰਣਾਲੀ, ਮਹਾਤਮਾ ਗਾਂਧੀ ਰਾਜਨੀਤਿਕ ਵਿਚਾਰ। ਠੀਕ ਹੈ, ਅਤੇ ਹਾਂਜੀ ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਠੀਕ ਹੈ, ਪਹਿਲਾਂ ਤਾਂ ਇਹਦਾ ਅਰਥ ਦੱਸਣਾ, ਰਾਜਨੀਤਿਕ ਪ੍ਰਣਾਲੀ ਕੀ ਹੈ, ਫਿਰ ਅੱਗੇ ਇਹਨਾਂ ਦੇ ਅਰਥ ਤੋਂ ਬਾਅਦ ਰਾਜਨੀਤਿਕ ਪ੍ਰਣਾਲੀ ਦਾ ਅਰਥ। ਠੀਕ ਹੈ, ਅਤੇ ਦੈਨ ਉਸ ਤੋਂ ਬਾਅਦ ਇਹਦੇ ਪਰਿਭਾਸ਼ਾਵਾਂ, ਫਿਰ ਇਹਦੀ ਜਿਹੜੀ ਕਿ ਵਿਸ਼ੇਸ਼ਤਾਵਾਂ ਲਿਖਣੀਆਂ। ਅਤੇ ਮਹਾਤਮਾ ਗਾਂਧੀ ਦੇ ਰਾਜਨੀਤਿਕ ਵਿਚਾਰ। ਠੀਕ ਹੈ, ਰਾਜਨੀਤੀ ਦਾ ਅਧਿਆਤਮੀਕਰਨ ਅਤੇ ਅਹਿੰਸਾ, ਸੱਤਿਆਗ੍ਰਹਿ। ਵੈਸੇ ਵੀ ਸ਼ਾਰਟ ਕੁਐਸਚਨ ਹਨ, 3 ਅੰਕਾਂ ਵਾਲੇ ਵੀ ਇੰਪੋਰਟੈਂਟ ਨੇ। ਠੀਕ ਹੈ, ਅਹਿੰਸਾ, ਸੱਤਿਆਗ੍ਰਹਿ ਅਤੇ ਇਹਨਾਂ ਦੇ ਵਿਧੀਆਂ ਸੱਤਿਆਗ੍ਰਹਿ ਦੀਆਂ, ਅਤੇ ਚੰਗੇ ਸਾਧਨ ਅਤੇ ਚੰਗੇ ਉਦੇਸ਼। ਠੀਕ ਹੈ, ਰਾਜ ਇੱਕ ਆਤਮਾਹੀਨ ਯੰਤਰ ਹੈ ਅਤੇ ਰਾਜ ਦੇ ਕੰਮਾਂ ਸੰਬੰਧੀ। ਨੌਕਰਸ਼ਾਹੀ। ਠੀਕ ਹੈ, ਨੌਕਰਸ਼ਾਹੀ ਦਾ ਸ਼ਬਦੀ ਅਰਥ ਵੀਰੋ ਅਤੇ ਯੂਨਾਨੀ ਭਾਸ਼ਾ ਦੇ ਗ੍ਰੀਸੀ ਤੋਂ ਲਿਆ ਗਿਆ। ਠੀਕ ਹੈ, ਅਤੇ ਵੀਰੋ ਫਰਾਂਸੀਸੀ ਭਾਸ਼ਾ ਦਾ ਸ਼ਬਦ ਹੈ। ਦੈਨ ਉਸ ਤੋਂ ਬਾਅਦ ਇਹਦੀਆਂ ਪਰਿਭਾਸ਼ਾ ਤੋਂ ਬਾਅਦ ਅੱਗੇ ਇਹਦੀਆਂ ਵਿਸ਼ੇਸ਼ਤਾਵਾਂ, ਕੰਮ ਦੀ ਤਰਕਪੂਰਨ ਵੰਡ ਹੁੰਦੀ ਹੈ, ਇਹਦੇ ਵਿੱਚ ਤਕਨੀਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ। ਠੀਕ ਹੈ, ਪੇਸ਼ੇਵਰ ਵਰਗ ਹੁੰਦਾ ਇਹ, ਅਤੇ ਅਹੁਦੇਦਾਰੀ ਦਾ ਸਿਧਾਂਤ ਹੁੰਦਾ, ਇਹਦੇ ਵਿੱਚ ਕਾਨੂੰਨੀ ਤੌਰ 'ਤੇ ਕੰਮ ਦਾ ਸੰਚਾਲਨ ਹੁੰਦਾ, ਨਿਸ਼ਚਿਤ ਮਿਆਦ। ਠੀਕ ਹੈ, ਨਿਸ਼ਚਿਤ ਏਜ 'ਤੇ ਜਾ ਕੇ ਜਿਹੜੇ ਕਿ ਰਿਟਾਇਰ ਹੁੰਦੇ ਨੇ। ਰਾਜਨੀਤਿਕ ਦਲਾਂ ਦੇ ਕੰਮ। ਠੀਕ ਹੈ, ਤੇਰੀ ਮਹੱਤਤਾ, ਪਰਿਭਾਸ਼ਾ, ਦਲਾਂ ਦਾ ਕੰਮ ਕੀ ਹੈ? ਦਲਾਂ ਦਾ ਕਾਰਜਕ੍ਰਮ ਤਿਆਰ ਕਰਨਾ, ਲੋਕ ਮਤ ਦਾ ਨਿਰਮਾਣ ਕਰਨਾ। ਠੀਕ ਹੈ, ਅਤੇ ਚੋਣਾਂ ਲੜਨਾ, ਸਰਕਾਰ ਬਣਾਉਣਾ, ਵਿਰੋਧੀ ਦਲ ਦੀ ਭੂਮਿਕਾ, ਕਾਰਜਪਾਲਿਕਾ ਵਿਧਾਨਪਾਲਿਕਾ ਵਿੱਚ ਕੜੀ ਦਾ ਕੰਮ ਕਰਨਾ। ਦਬਾਅ ਸਮੂਹ ਦੀਆਂ ਵਿਸ਼ੇਸ਼ਤਾਵਾਂ। ਪਹਿਲਾਂ ਦਬਾਅ ਸਮੂਹ ਹੁੰਦੇ ਕੀ ਨੇ, ਇਹਨਾਂ ਦਾ ਅਰਥ। ਠੀਕ ਹੈ, ਦੈਨ ਫਿਰ ਉਹਦੀਆਂ ਵਿਸ਼ੇਸ਼ਤਾਵਾਂ, ਪਰਿਭਾਸ਼ਾ ਤੋਂ ਬਾਅਦ ਸਾਂਝੇ ਹਿੱਤ ਹੁੰਦੇ ਨੇ ਇਹਨਾਂ ਦੇ ਵਿੱਚ। ਠੀਕ ਹੈ, ਸੰਗਠਨ ਹੁੰਦਾ ਅਤੇ ਇੱਛਕ ਮੈਂਬਰੀ ਹੁੰਦੀ ਹੈ ਇਹਨਾਂ ਦੇ ਵਿੱਚ, ਗੈਰ ਰਾਜਨੀਤਿਕ ਸਰੂਪ। ਠੀਕ ਹੈ, ਅਤੇ ਗੈਰ ਸੰਵਿਧਾਨਿਕ ਸੰਗਠਨ। ਮਤਦਾਨ ਵਿਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ, ਭਾਵ ਕਿ ਜਨਮਤ। ਠੀਕ ਹੈ, ਜਨਮਤ ਨੂੰ ਪ੍ਰਭਾਵਿਤ ਕਰਨ ਵਾਲੇ, ਅਤੇ ਇਹਨਾਂ ਦਾ ਅਰਥ। ਫਿਰ ਇਹਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ ਕਿਹੜੇ ਨੇ, ਤਾਂ ਇਹਨਾਂ ਦੇ ਵਿੱਚੋਂ ਜਾਤੀਵਾਦ, ਧਰਮ, ਖੇਤਰਵਾਦ। ਠੀਕ ਹੈ, ਅਤੇ ਭਾਸ਼ਾਈ ਤੱਤ, ਰਾਜਨੀਤਿਕ ਦਲਾਂ ਦਾ ਕਾਰਜਕ੍ਰਮ, ਨੀਤੀਆਂ, ਚਮਤਕਾਰੀ ਲੀਡਰਸ਼ਿਪ। ਰਾਸ਼ਟਰੀ ਏਕੀਕਰਨ ਦੇ ਮਾਰਗ ਵਿੱਚ ਰੁਕਾਵਟਾਂ ਕਿਹੜੇ ਕਿਹੜੇ ਨੇ? ਆਰਥਿਕ ਵਿਕਾਸ, ਸੰਪਰਦਾਇਕ ਸੰਗਠਨ ਅਤੇ ਪਾਬੰਦੀ।
ਠੀਕ ਹੈ। ਭਾਵਨਾਤਮਕ ਏਕੀਕਰਨ ਇਹ ਦੂਰ ਕਰਨ ਦੇ ਉਪਾਅ ਨੇ, ਠੀਕ ਹੈ। ਸਮੱਸਿਆਵਾਂ ਰਹੀਆਂ ਫਿਰਕਾ ਪ੍ਰਸਤੀ, ਜਾਤੀਵਾਦ, ਭਾਸ਼ਾ, ਸਮੱਸਿਆਵਾਂ ਜਾਂ ਰੁਕਾਵਟਾਂ ਜਾਤੀਵਾਦ, ਭਾਸ਼ਾ, ਫਿਰਕਾ ਪ੍ਰਸਤੀ ਅਤੇ ਖੇਤਰਵਾਦ, ਫਿਰਕੂ ਰਾਜਨੀਤਿਕ ਦਲ, ਰਾਜਨੀਤਿਕ ਮੌਕਾ ਪ੍ਰਸਤੀ, ਗ੍ਰਾਮ ਪੰਚਾਇਤ ਦੀ ਬਣਤਰ ਤੇ ਇਹਦੇ ਕੰਮ, ਠੀਕ ਹੈ। ਚੋਣ ਅਤੇ ਯੋਗਤਾਵਾਂ, ਮਿਆਦ, ਠੀਕ ਹੈ। ਕੰਮ, ਸਾਰਵਜਨਿਕ ਪ੍ਰਸ਼ਾਸਨਿਕ ਵਿਕਾਸਕਾਰੀ ਕਾਰਜ, ਨਿਆਂਇਕ ਕੰਮ, ਫੀਸਾਂ ਜੁਰਮਾਨੇ, ਠੀਕ ਹੈ। ਹੋਰ ਕੰਮ ਅਤੇ ਨਗਰ ਨਿਗਮ ਦੀ ਬਣਤਰ, ਸੰਗਠਨ ਇਹਦੇ, ਠੀਕ ਹੈ। ਅਤੇ ਅਧਿਕਾਰੀ, ਨਗਰ ਨਿਗਮ ਦੇ ਮੈਂਬਰਾਂ ਨੂੰ ਕੌਂਸਲਰ ਕਿਹਾ ਜਾਂਦਾ, ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜੇ ਨਗਰ ਨਿਗਮ ਦਾ ਅਧਿਕਾਰੀ ਹੁੰਦਾ ਉਹਨੂੰ ਮੇਅਰ। ਅਤੇ ਅੱਗੇ ਇਹਨਾਂ ਦੇ ਕੰਮ, ਜ਼ਰੂਰੀ ਕੰਮ, ਠੀਕ ਹੈ। ਅਤੇ ਉਸ ਤੋਂ ਬਾਅਦ ਇੱਛਕ ਕੰਮ, ਆਮਦਨ ਦੇ ਸਾਧਨ,